28 ਅਪ੍ਰੈਲ 1988 ਜਦੋਂ ਇੱਕ ਅਲੋਹਾ 에ਅਰਲਾਈਨ ਦੇ ਜਹਾਜ਼ ਦੇ ਵਿੱਚ ਗੇਲ ਯਾਮਾਮੋਟੋ ਨਾਂ ਦੀ ਇੱਕ ਯਾਤਰੀ ਜਹਾਜ਼ ਦੇ ਵਿੱਚ ਬਹਿਣ ਲੱਗਦੀ ਆ ਤਾਂ ਉਹ ਇਹ ਦੇਖ ਕੇ ਬੜਾ ਹੀ ਹੈਰਾਨ ਹੁੰਦੀ ਆ ਕਿ ਜਿਹੜੀ ਪਲੇਨ ਦੀ ਰਾਈਟ ਸਾਈਡ ਦੀ ਵਿੰਡੋ ਆ ਉਹਦੇ ਵਿੱਚ ਇੱਕ ਤਕਰੀਬਨ 4 ਇੰਚ ਦਾ ਕ੍ਰੈਕ ਆ ਤੇ ਜਦੋਂ ਹੀ ਉਹ ਆਪਦੀ ਸੀਟ ਤੇ ਜਾ ਕੇ ਬਹਿੰਦੀ ਆ ਨਾ ਤਾਂ ਉਹਨੂੰ ਇਸ ਗੱਲ ਦਾ ਸ਼ੱਕ ਹੁੰਦਾ ਕਿ ਜੇਕਰ ਇਹ ਪਲੇਨ ਹਵਾ ਦੇ ਵਿੱਚ ਗਿਆ ਤਾਂ ਕਿਤੇ ਇਸ ਪਲੇਨ ਦੇ ਨਾਲ ਕੋਈ ਦੁਰਘਟਨਾ ਨਾ ਹੋ ਜੇ। ਤੇ ਜਦੋਂ ਹੀ 90 ਯਾਤਰੀ ਤੇ 5 ਕਰੂ ਮੈਂਬਰਾਂ ਦੇ ਨਾਲ ਇਹ ਜਹਾਜ਼ ਉਡਾਨ ਭਰਦਾ ਤਾਂ ਗੇਲ ਯਾਮਾਮੋਟੋ ਦਾ ਇਹ ਸ਼ੱਕ ਬਿਲਕੁਲ ਸੱਚ ਹੋ ਜਾਂਦਾ। ਇਹ ਜਹਾਜ਼ ਦੀ ਉਡਾਨ ਦੇ ਤਕਰੀਬਨ 25 ਮਿੰਟਾਂ ਦੇ ਬਾਅਦ ਜਦੋਂ ਇਹ ਜਹਾਜ਼ 24,000 ਫੁੱਟ ਦੀ ਉਚਾਈ ਤੇ ਹੁੰਦਾ ਤਾਂ ਇਹ ਜਹਾਜ਼ ਦੀ ਛੱਤ ਉੱਡ ਜਾਂਦੀ ਆ ਤੇ ਇਹ ਜਹਾਜ਼ ਦੇ ਵਿੱਚ ਲਗਾਤਾਰ ਜਿਹੜੀ ਆਕਸੀਜਨ ਆ ਉਹ ਘਟਣ ਲੱਗ ਜਾਂਦੀ ਆ ਤੇ ਇਹ ਛੱਤ ਦੇ ਉੱਡਣ ਸਾਰ ਹੀ ਜਿਹੜੀ ਇੱਕ ਫਲਾਈਟ ਅਟੈਂਡੈਂਟ ਉਸ ਸਮੇਂ ਇਸ ਜਹਾਜ਼ ਦੇ ਵਿੱਚ ਡਰਿੰਕ ਸਰਵ ਕਰ ਰਹੀ ਸੀ ਉਹ ਵੀ ਹਵਾ ਦੇ ਦਬਾਅ ਦੇ ਨਾਲ ਅਸਮਾਨ ਦੇ ਵਿੱਚ ਹੀ ਪਲੇਨ ਦੀ ਛੱਤ ਦੇ ਨਾਲ ਉੱਡ ਜਾਂਦੀ ਆ। ਤੇ ਫਿਰ ਕਿਸ ਤਰੀਕੇ ਦੇ ਨਾਲ 24,000 ਫੁੱਟ ਦੀ ਉਚਾਈ ਤੇ ਹੋਈ ਇਸ ਘਟਨਾ ਨੂੰ ਪਾਇਲਟ ਕੰਟਰੋਲ ਕਰਦਾ ਤੇ ਉਦੋਂ ਬਾਅਦ ਕਿਸ ਤਰੀਕੇ ਦੇ ਨਾਲ ਯਾਤਰੀਆਂ ਦੇ ਲਈ ਆਕਸੀਜਨ ਪ੍ਰੋਵਾਈਡ ਕਰਾਈ ਜਾਂਦੀ ਆ ਤੇ ਉਦੋਂ ਬਾਅਦ ਕਿਸ ਤਰੀਕੇ ਦੇ ਨਾਲ ਨਜ਼ਦੀਕੀ 에ਅਰਪੋਰਟ ਦੇ ਉੱਪਰ ਬੜੀ ਹੀ ਸਮਝਦਾਰੀ ਦੇ ਨਾਲ ਪਾਇਲਟ ਇਸ ਜਹਾਜ਼ ਨੂੰ ਲੈਂਡ ਕਰਵਾਉਂਦਾ। ਅੱਜ ਦੀ ਬਹੁਤ ਹੀ ਇੰਟਰਸਟਿੰਗ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਲੋਹਾ ਫਲਾਈਟ 243 ਦੇ ਬਾਰੇ। The top of the Boeing 737 peeled back like a canned good, turning the plane into a convertible. The plane had left Hilo and was heading to Honolulu when about 20 minutes into the flight, there was what sounded like an explosion. An explosive decompression has torn away 35 square meters of fuselage. 28 ਅਪ੍ਰੈਲ 1988 ਨੂੰ ਜਦੋਂ ਦੁਪਹਿਰ ਦੇ ਤਕਰੀਬਨ 1 ਵਜੇ ਅਲੋਹਾ 에ਅਰਲਾਈਨ ਦੀ ਫਲਾਈਟ 243 ਟੇਕ ਆਫ ਕਰਨ ਦੇ ਲਈ ਤਿਆਰ ਹੋ ਰਹੀ ਸੀ ਤਾਂ ਇਹ ਜਿਹੜਾ ਜਹਾਜ਼ ਸੀ ਇਹ ਬੋਇੰਗ 737 ਜਹਾਜ਼ ਸੀ ਜੋ ਕਿ ਹਵਾਈ ਦੇ ਹੀਲੋ ਇੰਟਰਨੈਸ਼ਨਲ 에ਅਰਪੋਰਟ ਤੋਂ ਹੋਨੋਲੂਲੂ 에ਅਰਪੋਰਟ ਦੇ ਉੱਪਰ ਜਾ ਰਿਹਾ ਸੀ ਤੇ ਇਹ ਜਿਹੜੀ ਫਲਾਈਟ ਦੀ ਦੂਰੀ ਸੀਗੀ ਇਹਨੂੰ ਤੈਅ ਕਰਨ ਦੇ ਲਈ ਇਸ ਫਲਾਈਟ ਨੂੰ ਸਿਰਫ 35 ਮਿੰਟਾਂ ਦਾ ਸਮਾਂ ਲੱਗਣਾ ਸੀ ਤੇ ਇਹ ਅਲੋਹਾ 에ਅਰਲਾਈਨ ਦੇ ਕੋਲ ਇਹੋ ਜਿਹੀਆਂ ਛੋਟੀਆਂ ਬਹੁਤ ਸਾਰੀਆਂ ਉਡਾਨਾਂ ਸੀ ਤੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਜਹਾਜ਼ ਸੀ ਇਹ ਇੱਕੋ ਦਿਨ ਦੇ ਵਿੱਚ 9 ਤੋਂ 10 ਫਲਾਈਟਾਂ ਦੀ ਉਡਾਨ ਭਰਦਾ ਸੀ ਕਿਉਂਕਿ ਐਵੀਏਸ਼ਨ ਦਾ ਇੱਕ ਰੂਲ ਆ ਕਿ ਜਦੋਂ ਵੀ ਕੋਈ ਵੀ ਜਹਾਜ਼ ਲੈਂਡਿੰਗ ਕਰਦਾ ਤਾਂ ਹਰ ਇੱਕ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਪਲੇਨ ਦੀ ਫੁੱਲ ਇਨਸਪੈਕਸ਼ਨ ਹੋਣੀ ਚਾਹੀਦੀ ਆ ਕਿ ਕਿਸੇ ਵੀ ਤਰੀਕੇ ਦਾ ਕੋਈ ਡੈਮੇਜ ਤਾਂ ਨਹੀਂ ਆਇਆ ਉਹਦੇ ਸਟਰਕਚਰ ਦੇ ਉੱਪਰ ਜਾਂ ਫਿਰ ਕੋਈ ਉਹਦਾ ਇੰਜਨ ਤਾਂ ਨਹੀਂ ਫੇਲ ਤੇ ਇਸ ਤਰੀਕੇ ਦੇ ਨਾਲ ਜੇਕਰ ਡਿਟੇਲ ਦੇ ਵਿੱਚ ਕਿਸੇ ਵੀ ਜਹਾਜ਼ ਦੀ ਇਨਸਪੈਕਸ਼ਨ ਕੀਤੀ ਜਾਵੇ ਤਾਂ ਉਹਦੇ ਉੱਪਰ ਤਕਰੀਬਨ 4 ਤੋਂ 5 ਘੰਟੇ ਦਾ ਸਮਾਂ ਲੱਗਦਾ ਕਿਉਂਕਿ ਅਲੋਹਾ 에ਅਰਲਾਈਨ ਨੇ ਦਿਨ ਦੇ ਵਿੱਚ ਤਕਰੀਬਨ 10 ਫਲਾਈਟਾਂ ਦੀ ਉਡਾਨ ਭਰਨੀ ਹੁੰਦੀ ਸੀ ਤਾਂ ਕਰਕੇ ਜਿਹੜੇ ਇਹਨੂੰ ਇਨਸਪੈਕਸ਼ਨ ਕਰਨ ਵਾਲੇ ਉਹ ਸਟਾਫ ਸੀਗੇ ਉਹ ਕੀ ਕਰਦੇ ਸੀਗੇ ਇਹਦੀ ਵਿਜ਼ੂਅਲ ਇਨਸਪੈਕਸ਼ਨ ਕਰ ਲੈਂਦੇ ਸੀਗੇ ਜਿਹਦੇ ਉੱਪਰ ਤਕਰੀਬਨ 1 ਘੰਟੇ ਦਾ ਸਮਾਂ ਲੱਗਦਾ ਸੀ ਤੇ ਕਈ ਵਾਰੀ ਤਾਂ ਉਹ ਕੀ ਕਰਦੇ ਸੀ ਕਿ ਜੇਕਰ ਇਹ ਜਹਾਜ਼ ਨੇ ਲੈਂਡਿੰਗ ਕਰ ਲਈ ਤਾਂ ਉਹ ਜਿਹੜੀ ਇਹਦੀ ਵਿਜ਼ੂਅਲ ਇਨਸਪੈਕਸ਼ਨ ਵੀ ਹੁੰਦੀ ਸੀ ਉਹਨੂੰ ਵੀ ਸਕਿਪ ਕਰ ਦਿੰਦੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਦਿਨ ਦੇ ਵਿੱਚ 7-8 ਵਾਰੀ ਤਾਂ ਉਹਨਾਂ ਨੇ ਇਹਦੀ ਇਨਸਪੈਕਸ਼ਨ ਕਰ ਲਈ ਹਰ ਵਾਰੀ ਉਹਨਾਂ ਨੂੰ ਇਨਸਪੈਕਸ਼ਨ ਕਰਨ ਦੀ ਕੀ ਜ਼ਰੂਰਤ ਆ ਤੇ ਜਦੋਂ ਇਹ 1 ਵਜੇ ਵਾਲੀ ਫਲਾਈਟ ਉੱਡਣੀ ਸੀ ਤਾਂ ਉਹਦੇ ਤੋਂ ਪਹਿਲਾਂ ਵੀ ਉਹਨਾਂ ਨੇ ਇਸ ਜਹਾਜ਼ ਦੀ ਜਿਹੜੀ ਵਿਜ਼ੂਅਲ ਇਨਸਪੈਕਸ਼ਨ ਕਰਨੀ ਸੀ ਉਹਨੂੰ ਵੀ ਸਕਿਪ ਕਰਤਾ ਸੀ ਤੇ ਜਦੋਂ ਦੁਪਹਿਰ ਦੇ ਤਕਰੀਬਨ 1 ਵਜੇ ਇਹ ਜਹਾਜ਼ ਉੱਡਣ ਦੇ ਲਈ ਤਿਆਰ ਸੀ ਤਾਂ ਇਸ ਜਹਾਜ਼ ਦੇ ਵਿੱਚ ਤਕਰੀਬਨ 90 ਯਾਤਰੀ ਤੇ 5 ਕਰੂ ਮੈਂਬਰ ਸੀ ਤੇ ਇਸ ਜਹਾਜ਼ ਦੀ ਜਿਹੜੀ ਕਮਾਂਡ ਸੀ ਉਹ ਕੈਪਟਨ ਰੋਬਰਟ ਦੇ ਕੋਲ ਸੀ ਜਿਨ੍ਹਾਂ ਦੇ ਕੋਲ ਕੇ 8500 ਘੰਟੇ ਦਾ ਐਕਸਪੀਰੀਅੰਸ ਸੀ ਤੇ ਉਹਨਾਂ ਦਾ ਸਾਥ ਦੇ ਰਹੇ ਸੀ ਫਸਟ ਆਫੀਸਰ ਮਿਨੀ ਟੌਪਕਿੰਸ ਜਿਨ੍ਹਾਂ ਦੇ ਕੋਲ ਵੀ 8000 ਘੰਟੇ ਦਾ ਬੋਇੰਗ 737 ਨੂੰ ਉਡਾਉਣ ਦਾ ਐਕਸਪੀਰੀਅੰਸ ਸੀ ਤੇ ਇਹਦੇ ਤੋਂ ਇਲਾਵਾ ਉਸ ਸਮੇਂ ਦੀ ਇਹਨਾਂ ਦੇ ਨਾਲ ਸਭ ਤੋਂ ਵੱਧ ਐਕਸਪੀਰੀਅੰਸ ਵਾਲੀ ਫਲਾਈਟ ਅਟੈਂਡੈਂਟ ਕਲੈਰਾ ਬੈਲਾ ਸੀ ਜਿਹਨੂੰ ਕਿ ਲੋਕ ਸੀਬੀ ਦੇ ਨਾਂ ਤੋਂ ਵੀ ਜਾਣਦੇ ਸੀ। ਇਸ ਔਰਤ ਦੇ ਕੋਲ ਤਕਰੀਬਨ 37 ਸਾਲਾਂ ਦਾ ਐਕਸਪੀਰੀਅੰਸ ਸੀਗਾ ਇਸ ਫੀਲਡ ਦੇ ਵਿੱਚ ਤੇ ਜੇਕਰ ਆਪਾਂ ਇਸ ਜਹਾਜ਼ ਦੀ ਗੱਲ ਕਰੀਏ ਤਾਂ ਇਹ ਜਹਾਜ਼ 28 ਅਪ੍ਰੈਲ ਤੋਂ ਪਹਿਲਾਂ ਤਕਰੀਬਨ 99,000 ਫਲਾਈਟਾਂ ਦੀ ਉਡਾਨ ਭਰ ਚੁੱਕਿਆ ਸੀ ਤੇ ਜਿੰਨੇ ਵੀ ਯਾਤਰੀ ਇਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸੀ ਉਹ ਸਾਰੇ ਦੇ ਸਾਰੇ ਰੈਗੂਲਰ ਵਿਜ਼ਟਰ ਸੀ ਕਿਉਂਕਿ ਉਹ ਇੱਕ ਆਈਲੈਂਡ ਤੋਂ ਦੂਜੇ ਆਈਲੈਂਡ ਦੇ ਉੱਪਰ ਜਾਣ ਦੇ ਲਈ ਇਹਨਾਂ ਜਹਾਜ਼ਾਂ ਦਾ ਇਸਤੇਮਾਲ ਕਰਦੇ ਸੀ ਤਾਂ ਕਰਕੇ ਉਹ ਸਾਰੇ ਦੇ ਸਾਰੇ ਸਟਾਫ ਮੈਂਬਰਸ ਨੂੰ ਵੀ ਜਾਣਦੇ ਸੀ ਤੇ ਇਸ ਅਲੋਹਾ 에ਅਰਲਾਈਨ ਦੇ ਉੱਪਰ ਕਾਫੀ ਟਰੈਵਲ ਕਰਦੇ ਸੀ ਤੇ ਜਦੋਂ ਹੀ ਇਹ 28 ਅਪ੍ਰੈਲ ਨੂੰ ਜਹਾਜ਼ ਟੇਕ ਆਫ ਕਰਦਾ ਕਿਉਂਕਿ ਇਸ ਫਲਾਈਟ ਦੇ ਵਿੱਚ ਸਿਰਫ 35 ਮਿੰਟ ਲੱਗਣੇ ਸੀ ਤੇ ਇਹ ਜਿਹੜਾ ਜਹਾਜ਼ ਸੀ ਇਹਨੇ ਆਪਣੀ ਅੱਧੀ ਤੋਂ ਜ਼ਿਆਦਾ ਦੂਰੀ ਤਾਂ ਕਲਾਈਮ ਕਰਨ ਦੇ ਸਮੇਂ ਹੀ ਪੂਰੀ ਕਰਨੀ ਸੀ ਕਿਉਂਕਿ ਇਹ ਜਹਾਜ਼ ਹਜੇ ਕਲਾਈਮ ਕਰ ਰਿਹਾ ਸੀ ਯਾਨੀ ਕਿ ਉੱਪਰ ਵੱਲ ਜਾ ਰਿਹਾ ਸੀ ਤਾਂ ਸਾਰੇ ਦੇ ਸਾਰੇ ਯਾਤਰੀਆਂ ਦੇ ਹਜੇ ਸੀਟ ਬੈਲਟ ਲੱਗੀ ਸੀ ਪਰ ਜਿਹੜੇ ਫਲਾਈਟ ਅਟੈਂਡੈਂਟ ਸੀ ਤਿੰਨੇ ਦੇ ਤਿੰਨੇ ਉਹਨਾਂ ਨੂੰ ਆਪਣੀ ਸੀਟ ਬੈਲਟ ਲਾਉਣੀ ਪੈਂਦੀ ਆ ਕਿਉਂਕਿ ਇਹ 35 ਮਿੰਟ ਦੀ ਛੋਟੀ ਜਿਹੀ ਫਲਾਈਟ ਸੀ ਤੇ 20 ਮਿੰਟ ਤਾਂ ਇਹ ਜਹਾਜ਼ ਨੂੰ ਤਕਰੀਬਨ ਕਲਾਈਮ ਕਰਨ ਤੇ ਹੀ ਲੱਗਣੇ ਸੀ ਤੇ ਜਦੋਂ ਹੀ ਇਹ ਜਹਾਜ਼ ਕਲਾਈਮ ਕਰ ਰਿਹਾ ਸੀ ਤਾਂ ਉਸ ਕਲਾਈਮ ਕਰਨ
ਕਰਦੇ ਸਮੇਂ ਹੀ ਇਹ ਜਹਾਜ਼ ਦੇ ਵਿੱਚ ਡਰਿੰਕਸ ਸਰਵ ਕਰਨੀ ਸ਼ੁਰੂ ਕਰ ਦਿੰਦੇ ਆ ਜਿੰਨੇ ਵੀ ਫਲਾਈਟ ਅਟੈਂਡੈਂਟ ਹੁੰਦੇ ਆ। ਪਰ ਜਦੋਂ ਹੀ ਤਕਰੀਬਨ 20 ਮਿੰਟਾਂ ਦੇ ਬਾਅਦ ਇਹ ਜਹਾਜ਼ 24,000 ਫੁੱਟ ਦੀ ਉਚਾਈ ਤੱਕ ਪਹੁੰਚ ਜਾਂਦਾ ਤਾਂ ਪਾਇਲਟ ਤੇ ਕੋ ਪਾਇਲਟ ਥੋੜਾ ਰਿਲੈਕਸ ਹੋ ਜਾਂਦੇ ਆ, ਕਿਉਂਕਿ ਹੁਣ ਇਹ ਕਲਾਈਮ ਕਰਨਾ ਬੰਦ ਕਰ ਦਿੰਦੇ ਆ ਤੇ ਇਹ ਜਹਾਜ਼ ਆਟੋ ਪਾਇਲਟ ਤੇ ਆਪਦੇ ਡੈਸਟੀਨੇਸ਼ਨ ਦੇ ਵੱਲ ਜਾ ਰਿਹਾ ਹੁੰਦਾ। ਤੇ ਥੋੜੇ ਹੀ ਸਮੇਂ ਦੇ ਵਿੱਚ ਇਹ ਜਹਾਜ਼ ਦੇ ਕਲਾਈਮ ਕਰਨ ਦੇ ਇਸ ਜਹਾਜ਼ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੁੰਦਾ। ਇਦੋਂ ਪਹਿਲਾਂ ਕਿ ਪਾਇਲਟ ਤੇ ਕੋ ਪਾਇਲਟ ਕੋਈ ਸਮਝ ਪਾਉਂਦੇ, ਜਹਾਜ਼ ਦੀ ਅੱਗੇ ਵਾਲੀ ਸਾਈਡ ਤੋਂ ਜਹਾਜ਼ ਦੀ ਪੂਰੀ ਛੱਤ ਉੱਡ ਜਾਂਦੀ ਆ। ਤਕਰੀਬਨ 35 ਫੁੱਟ ਦਾ ਪਾੜ ਪੈ ਜਾਂਦਾ ਇਸ ਜਹਾਜ਼ ਦੇ ਵਿੱਚ। ਹਰ ਇੱਕ ਉਹ ਚੀਜ਼ ਜਿਹੜੀ ਬਿਨਾਂ ਬੰਨੇ ਇਸ ਜਹਾਜ਼ ਦੇ ਵਿੱਚ ਪਈ ਸੀ ਉਹ ਹਵਾ ਦੇ ਦਬਾਅ ਦੇ ਨਾਲ ਹਵਾ ਦੇ ਵਿੱਚ ਹੀ ਉੱਡ ਜਾਂਦੀ ਆ। ਤੇ ਇਸੇ ਹੀ ਗੱਲ ਦੇ ਕਰਕੇ ਜਿਹੜੀ ਫਲਾਈਟ ਅਟੈਂਡੈਂਟ ਕਲੈਰਾ ਬੈਲਾ ਸੀ ਉਹ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹਵਾ ਦੇ ਵਿੱਚ ਹੀ ਉੱਡ ਜਾਂਦੀ ਆ। ਤੇ ਜਿਹੜੀਆਂ ਦੂਜੀਆਂ ਦੋਨੋਂ ਫਲਾਈਟ ਅਟੈਂਡੈਂਟ ਸੀ ਉਹ ਉੱਡਣ ਤੋਂ ਤਾਂ ਬਚ ਜਾਂਦੀਆਂ, ਪਰ ਉਹ ਕਿਸੇ ਨਾ ਕਿਸੇ ਚੀਜ਼ ਨੂੰ ਫੜ ਕੇ ਆਪਦੇ ਆਪ ਨੂੰ ਹਵਾ ਦੇ ਵਿੱਚ ਉੱਡਣ ਤੋਂ ਬਚਾ ਰਹੀਆਂ ਹੁੰਦੀਆਂ। ਤੇ ਕਾਕਪਿਟ ਦੇ ਵਿੱਚ ਬੈਠੇ ਦੋਨੇ ਪਾਇਲਟਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਇੰਨੇ ਹੀ ਸਮੇਂ ਦੇ ਵਿੱਚ ਕੋ ਪਾਇਲਟ ਜਦੋਂ ਪਿੱਛੇ ਵੱਲ ਮੁੜ ਕੇ ਦੇਖਦੀ ਆ ਤਾਂ ਉਹ ਦੇਖਦੀ ਆ ਕਿ ਉਹਨੂੰ ਪਲੇਨ ਦੇ ਵਿੱਚੋਂ ਆਸਮਾਨ ਨਜ਼ਰ ਆ ਰਿਹਾ ਤੇ ਉਹਨੂੰ ਲੱਗਦਾ ਕਿ ਇਹ ਪਲੇਨ ਦੀ ਜਿਹੜੀ ਛੱਤ ਆ ਉਹ ਉੱਡ ਗਈ। ਇਹਦੇ ਤੋਂ ਉਹ ਅੰਦਾਜ਼ਾ ਲਾਉਂਦੇ ਆ ਕਿ ਪਲੇਨ ਦੇ ਨਾਲ ਬਹੁਤ ਵੱਡੀ ਘਟਨਾ ਹੋ ਗਈ ਤੇ ਛੱਤ ਉੱਡਣ ਦੇ ਕਾਰਨ ਪਲੇਨ ਡੀਪਰੈਸ਼ਰਾਈਜ਼ਡ ਹੋ ਗਿਆ ਸੀ। ਯਾਨੀ ਕਿ ਜਿੰਨੇ ਵੀ ਯਾਤਰੀ ਉਸ ਪਲੇਨ ਦੇ ਵਿੱਚ ਬੈਠੇ ਸੀ ਉਹਨਾਂ ਦੇ ਲਈ ਹੁਣ ਪਲੇਨ ਦੇ ਵਿੱਚ ਆਕਸੀਜਨ ਦਾ ਬੰਦੋਬਸਤ ਨਹੀਂ ਸੀ। ਤੇ ਜਿਹੜੇ ਆਕਸੀਜਨ ਮਾਸਕ ਰਿਲੀਜ਼ ਹੁੰਦੇ ਆ ਪਲੇਨ ਦੇ ਵਿੱਚ ਉਹ ਸਿਰਫ ਉਹਨਾਂ ਯਾਤਰੀਆਂ ਦੇ ਲਈ ਸੀ ਜਿਨ੍ਹਾਂ ਦੇ ਉੱਪਰ ਛੱਤ ਸੀ। ਤੇ ਜਿਹੜੇ ਯਾਤਰੀ ਉਸ ਸੀਟਾਂ ਦੇ ਉੱਪਰ ਬੈਠੇ ਸੀ ਜਿਨ੍ਹਾਂ ਦੇ ਉੱਪਰੋਂ ਛੱਤ ਉੱਡ ਗਈ ਉਹਨਾਂ ਦੇ ਲਈ ਤਾਂ ਆਕਸੀਜਨ ਦਾ ਵੀ ਬੰਦੋਬਸਤ ਨਹੀਂ ਸੀ, ਕਿਉਂਕਿ ਆਕਸੀਜਨ ਮਾਸਕ ਉਸੇ ਛੱਤ ਦੇ ਵਿੱਚੋਂ ਨਿਕਲਨੇ ਸੀ ਤੇ ਉਹ ਆਕਸੀਜਨ ਮਾਸਕ ਦੇ ਛੱਤ ਪੂਰੀ ਦੀ ਪੂਰੀ ਇਸ ਜਹਾਜ਼ ਦੇ ਵਿੱਚੋਂ ਉੱਡ ਗਈ ਸੀ। ਹਾਲਾਂਕਿ ਜਿਹੜੀਆਂ ਪਹਿਲੀਆਂ 5 ਰੋਆਂ ਨੂੰ ਛੱਡ ਕੇ ਦੂਜੇ ਯਾਤਰੀ ਸੀ ਉਹਨਾਂ ਦੇ ਕੋਲ ਆਕਸੀਜਨ ਮਾਸਕ ਤਾਂ ਜ਼ਰੂਰ ਸੀ, ਪਰ ਜਿਹੜੇ ਪਹਿਲੀਆਂ 5 ਰੋਆਂ ਦੇ ਵਿੱਚ ਯਾਤਰੀ ਬੈਠੇ ਸੀ ਉਹਨਾਂ ਨੂੰ ਲਗਾਤਾਰ ਆਕਸੀਜਨ ਦੀ ਘਾਟ ਹੋਣ ਕਰਕੇ ਹਾਈਪੋਕਸੀਆ ਹੋ ਰਿਹਾ ਸੀ। ਹਾਲਾਂਕਿ ਕਾਕਪਿਟ ਦੇ ਵਿੱਚ ਬੈਠੇ ਦੋਨੇ ਪਾਇਲਟਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਇਸ ਜਹਾਜ਼ ਦੇ ਨਾਲ ਕੀ ਘਟਨਾ ਹੋਈ ਆ। ਤੇ ਜਦੋਂ ਹੀ ਉਹ ਫਲਾਈਟ ਅਟੈਂਡੈਂਟਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਉੱਥੋਂ ਵੀ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਸੀ ਤੇ ਉਹ ਆਪਦੀ ਆਪ ਹੀ ਅੰਦਾਜ਼ਾ ਲਾਉਂਦੇ ਆ, ਕਿਉਂਕਿ ਜਹਾਜ਼ ਡੀਪਰੈਸ਼ਰਾਈਜ਼ਡ ਹੋ ਗਿਆ ਤਾਂ ਹੁਣ 24,000 ਫੁੱਟ ਤੋਂ ਉਹਨਾਂ ਨੂੰ ਜਹਾਜ਼ ਨੂੰ 10,000 ਫੁੱਟ ਤੇ ਲਿਆਉਣਾ ਪਊ ਤਾਂ ਕਿ ਜਿਹੜੇ ਯਾਤਰੀਆਂ ਦੇ ਕੋਲ ਆਕਸੀਜਨ ਦਾ ਬੰਦੋਬਸਤ ਨਹੀਂ, ਜਲਦੀ ਤੋਂ ਜਲਦੀ ਉਹਨਾਂ ਨੂੰ ਆਕਸੀਜਨ ਪ੍ਰੋਵਾਈਡ ਕੀਤੀ ਜਾ ਸਕੇ। ਤੇ ਕੋਈ ਵੀ ਜਹਾਜ਼ ਜੇਕਰ 24,000 ਫੁੱਟ ਤੇ ਆ ਤਾਂ ਉਹਨੂੰ 10,000 ਫੁੱਟ ਤੇ ਆਉਣ ਲਈ ਤਕਰੀਬਨ 4 ਤੋਂ 5 ਮਿੰਟ ਦਾ ਸਮਾਂ ਲੱਗਦਾ, ਕਿਉਂਕਿ ਕੋਈ ਵੀ ਜਹਾਜ਼ 4,000 ਤੋਂ ਲੈ ਕੇ 4500 ਫੁੱਟ ਤੱਕ ਹੀ 1 ਮਿੰਟ ਦੇ ਵਿੱਚ ਨੀਚੇ ਆ ਸਕਦਾ। ਇਸੇ ਗੱਲ ਦੇ ਕਰਕੇ 24,000 ਫੁੱਟ ਤੋਂ ਲੈ ਕੇ 10,000 ਫੁੱਟ ਤੇ ਆਉਣ ਦੇ ਲਈ ਇਹਨਾਂ ਨੂੰ 4 ਤੋਂ 5 ਮਿੰਟ ਲੱਗਣੇ ਸੀ, ਪਰ 4 ਤੋਂ 5 ਮਿੰਟ ਤੱਕ ਉਹਨਾਂ ਯਾਤਰੀਆਂ ਦੇ ਲਈ ਆਕਸੀਜਨ ਦਾ ਪ੍ਰਬੰਧ ਬਿਲਕੁਲ ਵੀ ਨਹੀਂ ਸੀ। ਇਸੇ ਗੱਲ ਦੇ ਕਰਕੇ ਲਗਾਤਾਰ ਯਾਤਰੀ ਬੇਹੋਸ਼ ਹੋਣ ਲੱਗ ਜਾਂਦੇ ਆ। ਹਾਲਾਂਕਿ 10,000 ਫੁੱਟ ਤੋਂ ਵੀ ਜ਼ਿਆਦਾ ਉਚਾਈ ਤੇ ਆਕਸੀਜਨ ਮੌਜੂਦ ਹੁੰਦੀ ਆ, ਪਰ ਇਹ ਇੰਨੀ ਆਸਾਨੀ ਦੇ ਨਾਲ ਆਪਾਂ ਇਨਹੇਲ ਨਹੀਂ ਕਰ ਸਕਦੇ, ਯਾਨੀ ਕਿ ਇੰਨੀ ਆਸਾਨੀ ਦੇ ਨਾਲ ਆਪਾਂ ਉਸ ਆਕਸੀਜਨ ਦੇ ਵਿੱਚ ਸਾਹ ਨਹੀਂ ਲੈ ਸਕਦੇ। ਪਰ ਇਸ 4 ਤੋਂ 5 ਮਿੰਟਾਂ ਦੇ ਸਫ਼ਰ ਦੇ ਵਿੱਚ ਉਹ ਯਾਤਰੀਆਂ ਦੇ ਕੋਲ ਥੋੜੀ ਬਹੁਤ ਆਕਸੀਜਨ ਤਾਂ ਸੀ, ਪਰ ਉਹ ਆਸਾਨੀ ਦੇ ਨਾਲ ਸਾਹ ਨਹੀਂ ਲੈ ਸਕਦੇ ਸੀ। ਇਸੇ ਗੱਲ ਦੇ ਕਰਕੇ ਉਹਨਾਂ ਨੂੰ ਹਾਈਪੋਕਸੀਆ ਹੋਣ ਲੱਗ ਜਾਂਦਾ ਤੇ ਇਹਦਾ ਜਿਹੜਾ ਸਾਈਡ ਇਫੈਕਟ ਕੀ ਹੁੰਦਾ ਕਿ ਉਹਨਾਂ ਦਾ ਜਿਹੜਾ ਬ੍ਰੇਨ ਆ ਉਹ ਪ੍ਰੋਪਰਲੀ ਕੰਮ ਕਰਨਾ ਬੰਦ ਕਰ ਦਿੰਦਾ ਤੇ ਇਹ ਖਤਰਾ ਸੀ ਕਿ ਕਿਤੇ ਉਹਨਾਂ ਯਾਤਰੀਆਂ ਦੀ ਮੌਤ ਨਾ ਹੋ ਜੇ। ਹੁਣ ਇਹ ਜਹਾਜ਼ ਦੀ ਉੱਡੀ ਹੋਈ ਛੱਤ ਦੇ ਨਾਲ ਹੋਨੋਲੁਲੂ 에ਅਰਪੋਰਟ ਦੇ ਉੱਪਰ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ, ਤਾਂ ਕਰਕੇ ਜਲਦੀ ਤੋਂ ਜਲਦੀ ਐਮਰਜੈਂਸੀ ਲੈਂਡਿੰਗ ਕਰਾਉਣ ਦੀ ਤਿਆਰੀ ਕਰਦੇ ਆ ਪਾਇਲਟ ਤੇ ਕੋ ਪਾਇਲਟ। ਜਲਦੀ ਹੀ ਕੋ ਪਾਇਲਟ ਤੋਂ ਪਲੇਨ ਦਾ ਚਾਰਜ ਲੈ ਕੇ ਪਾਇਲਟ ਖੁਦ ਇਸ ਜਹਾਜ਼ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਕੋ ਪਾਇਲਟ ਨੂੰ ਉਹ ਆਰਡਰ ਦਿੰਦਾ ਕਿ ਉਹ ਜਲਦੀ ਤੋਂ ਜਲਦੀ ATC ਨਾਲ ਕੰਟੈਕਟ ਕਰਕੇ ਐਮਰਜੈਂਸੀ ਲੈਂਡਿੰਗ ਕਰਾਉਣ ਦੇ ਲਈ ਕਵੇ। ਤੇ ਪਾਇਲਟ ਤਕਰੀਬਨ 1200 ਮੀਟਰ ਪ੍ਰਤੀ ਮਿੰਟ ਦੇ ਹਿਸਾਬ ਦੇ ਨਾਲ ਇਸ ਜਹਾਜ਼ ਨੂੰ ਥੱਲੇ ਲੈ ਕੇ ਆਉਂਦਾ ਤਾਂ ਕਿ ਯਾਤਰੀਆਂ ਨੂੰ ਆਕਸੀਜਨ ਮਿਲ ਸਕੇ, ਕਿਉਂਕਿ ਇਹ ਪਲੇਨ ਸਿਰਫ ਆਪਦੀ ਫਲੋਰ ਤੋਂ ਹੀ ਦੋਨੇ ਪਾਰਟਸ ਦੇ ਵਿੱਚ ਜੁੜਿਆ ਹੋਇਆ ਸੀ। ਤਾਂ ਇਹ ਡਰ ਸੀ ਕਿ ਕਿਤੇ ਜਿਹੜਾ ਪਿਛਲੀ ਸਾਈਡ ਦਾ ਹਿੱਸਾ ਉਹ ਇਸ ਜਹਾਜ਼ ਤੋਂ ਟੁੱਟ ਕੇ ਅੱਡ ਨਾ ਹੋ ਜੇ, ਤੇ ਜੇਕਰ ਇਦਾਂ ਹੋ ਗਿਆ ਤਾਂ ਸਾਰੇ ਦੇ ਸਾਰੇ ਯਾਤਰੀਆਂ ਦੀ ਮੌਤ ਤਾਂ ਤੈਅ ਸੀ। ਤਾਂ ਕਰਕੇ ਜਲਦੀ ਤੋਂ ਜਲਦੀ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਜ਼ਰੂਰੀ ਸੀ ਤੇ ਕੋ ਪਾਇਲਟ ਲਗਾਤਾਰ ਨਜ਼ਦੀਕੀ ATC ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਜਿਹੜਾ ਸਭ ਤੋਂ ਨਜ਼ਦੀਕੀ 에ਅਰਪੋਰਟ ਸੀ ਉਹ ਕਾਹੁਲੀ 에ਅਰਪੋਰਟ ਸੀ। ਪਰ ਪ੍ਰੋਬਲਮ ਇਹ ਸੀ ਕਿ ਇਹ ਜਿਹੜਾ 에ਅਰਪੋਰਟ ਸੀ ਇਹ 2 ਵਲਕੈਨਿਕ ਮਾਊਂਟੇਨਸ ਦੇ ਵਿੱਚ ਸੀ, ਤਾਂ ਕਰਕੇ ਪਲੇਨ ਨੂੰ ਸ਼ਾਰਪ ਟਰਨ ਲੈਣੀ ਪੈਣੀ ਸੀ ਤੇ ਇਹਦੇ ਵਿੱਚ ਇਹ ਖਤਰਾ ਸੀ ਕਿ ਜੇਕਰ ਇਹ ਪਲੇਨ ਸ਼ਾਰਪ ਮੁੜਦਾ ਤਾਂ ਕਿਤੇ ਜਿਹੜਾ ਉਹ ਫਲੋਰ ਦੇ ਨਾਲ ਜੁੜਿਆ ਹੋਇਆ ਉੱਥੋਂ ਹੀ ਨਾ ਟੁੱਟ ਜੇ। ਪਰ ਫਿਰ ਵੀ ਪਲੇਨ ਦਾ ਜਿਹੜਾ ਪਾਇਲਟ ਆ ਉਹ ਡਿਸਾਈਡ ਕਰਦਾ ਕਿ ਉਹ ਇਹ ਟਰਨ ਲੈ ਕੇ ਇਸੇ ਹੀ 에ਅਰਪੋਰਟ ਦੇ ਉੱਪਰ ਲੈਂਡ ਕਰਨਗੇ,
ਕਿਉਂਕਿ ਉਹਨਾਂ ਦੇ ਕੋਲ ਕੋਈ ਵੀ ਹੋਰ ਆਪਸ਼ਨ ਨਹੀਂ ਸੀ। ਤਾਂ ਕਰਕੇ ਉਹ ਇਸੇ ATC ਤੋਂ ਪਰਮਿਸ਼ਨ ਲੈ ਕੇ ਕਾਹੁਲੂਈ 에ਅਰਪੋਰਟ ਦੇ ਉੱਪਰ ਐਮਰਜੈਂਸੀ ਲੈਂਡਿੰਗ ਕਰਨ ਦੀ ਤਿਆਰੀ ਕਰਦੇ ਆ। ਕੋ ਪਾਇਲਟ ਲਗਾਤਾਰ ਕਾਹੁਲੂਈ ATC ਦੇ ਨਾਲ ਗੱਲ ਕਰਕੇ ਉਹਨਾਂ ਨੂੰ ਦੱਸਦੀ ਆ ਕਿ ਉਹਨਾਂ ਨੇ ਐਮਰਜੈਂਸੀ ਲੈਂਡਿੰਗ ਕਰਨੀ ਆ, ਪਰ ਕੋ ਪਾਇਲਟ ਤੇ ATC ਨੂੰ ਇੱਕ ਦੂਜੇ ਦੀ ਆਵਾਜ਼ ਨਹੀਂ ਸੁਣ ਰਹੀ ਸੀ, ਕਿਉਂਕਿ ਹਵਾ ਬਹੁਤ ਜ਼ਿਆਦਾ ਹੋਣ ਦੇ ਕਰਕੇ ਉਹ ਇੱਕ ਦੂਜੇ ਦੀ ਆਵਾਜ਼ ਨਹੀਂ ਸੁਣ ਸਕਦੇ ਸੀ। ਤਾਂ ਕਰਕੇ ਉਹ ਲਗਾਤਾਰ ਨੀਚੇ ਵੱਲ ਧਾਰ ਰਹੇ ਸੀ, ਪਰ ਹਜੇ ਤੱਕ ਉਹਨਾਂ ਨੂੰ ਲੈਂਡ ਕਰਨ ਦੀ ਪਰਮਿਸ਼ਨ ਨਹੀਂ ਮਿਲੀ ਸੀ। ਪਰ ਥੋੜੇ ਹੀ ਸਮੇਂ ਦੇ ਵਿੱਚ ਕੋ ਪਾਇਲਟ ATC ਆਫੀਸਰ ਨੂੰ ਇਹ ਸਮਝਾਉਣ ਦੇ ਵਿੱਚ ਸਫਲ ਰਹਿੰਦੀ ਹੈ ਕਿ ਉਹਨਾਂ ਨੇ ਕਾਹੁਲੂਈ 에ਅਰਪੋਰਟ ਦੇ ਉੱਪਰ ਐਮਰਜੈਂਸੀ ਲੈਂਡਿੰਗ ਕਰਨੀ ਆ, ਤੇ ਜਦੋਂ ਹੀ ਉਹਨਾਂ ਨੂੰ ਲੈਂਡਿੰਗ ਦੀ ਪਰਮਿਸ਼ਨ ਮਿਲ ਜਾਂਦੀ ਆ ਤਾਂ ਪਲੇਨ ਹੋਰ ਨੀਚੇ ਆਉਂਦਾ ਲੈਂਡਿੰਗ ਕਰਨ ਦੇ ਲਈ। ਪਰ ਇੱਥੇ ਹੀ ਉਹਨਾਂ ਦੇ ਸਾਹਮਣੇ ਹਜੇ ਦੋ ਹੋਰ ਵੱਡੀਆਂ ਪ੍ਰੋਬਲਮ ਆਉਣ ਵਾਲੀਆਂ ਸੀ। ਪਹਿਲੀ ਪ੍ਰੋਬਲਮ ਤਾਂ ਇਹ ਸੀ ਕਿ ਜਦੋਂ ਹੀ ਪਲੇਨ ਦੀ ਛੱਤ ਉੱਡੀ ਤਾਂ ਜਿਹੜੇ ਲੋਹੇ ਦੇ ਕੁਝ ਕੁ ਟੁਕੜੇ ਸੀ ਉਹ ਪਲੇਨ ਦੇ ਇੰਜਨ ਦੇ ਵਿੱਚ ਚਲੇ ਗਏ, ਜਿਹਦੇ ਕਰਕੇ ਇੱਕ ਪਲੇਨ ਦਾ ਇੰਜਨ ਕੰਮ ਕਰਨਾ ਬੰਦ ਕਰ ਦਿੰਦਾ। ਤੇ ਇਹ ਪਲੇਨ ਦੇ ਪਾਇਲਟਸ ਨੂੰ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਲੱਗਦੀ, ਕਿਉਂਕਿ ਇਦੋਂ ਵੱਡੀ ਪ੍ਰੋਬਲਮ ਤਾਂ ਹਜੇ ਉਹਨਾਂ ਦੇ ਸਾਹਮਣੇ ਸੀ। ਤੇ ਜਦੋਂ ਹੀ ਉਹ ਲੈਂਡਿੰਗ ਕਰਨ ਦੇ ਲਈ ਆਪਦਾ ਲੈਂਡਿੰਗ ਗੇਅਰ ਖੋਲ੍ਹਦੇ ਆ ਤਾਂ ਜਿਹੜਾ ਸਿਗਨਲ ਉਹਨਾਂ ਨੂੰ ਕਾਕਪਿਟ ਦੇ ਵਿੱਚ ਮਿਲਦਾ ਕਿ ਲੈਂਡਿੰਗ ਗੇਅਰ ਖੁੱਲ ਗਿਆ, ਤਾਂ ਉਹ ਸਿਗਨਲ ਕਾਕਪਿਟ ਦੇ ਵਿੱਚ ਨਹੀਂ ਆ ਰਿਹਾ ਸੀ। ਉਹਨਾਂ ਨੂੰ ਲੱਗਦਾ ਕਿ ਲੈਂਡਿੰਗ ਗੇਅਰ ਨਹੀਂ ਖੁੱਲ ਰਿਹਾਗਾ। ਉਹ ਲਗਾਤਾਰ ਲੈਂਡਿੰਗ ਗੇਅਰ ਨੂੰ ਖੋਲ੍ਹਣ ਦੀ ਟਰਾਈ ਕਰਦੇ ਆ, ਪਰ ਜਿਹੜਾ ਸਿਗਨਲ ਸੀ ਉਹ ਕਾਕਪਿਟ ਦੇ ਵਿੱਚ ਉਹਨਾਂ ਨੂੰ ਮਿਲ ਨਹੀਂ ਰਿਹਾ ਸੀ। ਉਹ ਜਿਹੜੀ ਗ੍ਰੀਨ ਲਾਈਟ ਹੋਣੀ ਸੀ ਉਹ ਹਜੇ ਤੱਕ ਵੀ ਬੰਦ ਪਈ ਸੀ। ਤਾਂ ਕਰਕੇ ਪਾਇਲਟ ਲਗਾਤਾਰ ਟਰਾਈ ਕਰਦੇ ਆ ਕਿ ਲੈਂਡਿੰਗ ਗੇਅਰ ਖੁੱਲ ਜੇ, ਪਰ ਜਦੋਂ ਹੀ ਉਹ ATC ਨੂੰ ਦੱਸਦੇ ਆ ਕਿ ਉਹਨਾਂ ਦੇ ਕੋਲ ਇੱਕ ਹੋਰ ਵੱਡੀ ਪ੍ਰੋਬਲਮ ਆ ਗਈ ਕਿ ਉਹਨਾਂ ਦਾ ਲੈਂਡਿੰਗ ਗੇਅਰ ਨਹੀਂ ਖੁੱਲ ਰਿਹਾ। ਅਜਿਹੇ ਸਮੇਂ ਨਾਰਮਲੀ ਕੀ ਹੁੰਦਾ ਕਿ ਜੇਕਰ ਕਿਸੇ ਵੀ ਪਾਇਲਟ ਨੂੰ ਲੱਗੇ ਕਿ ਉਹਨਾਂ ਦੇ ਜਹਾਜ਼ ਦਾ ਲੈਂਡਿੰਗ ਗੇਅਰ ਨਹੀਂ ਖੁੱਲਿਆ ਤਾਂ ਉਹ ਕੀ ਕਰਦੇ ਆ ਕਿ 에ਅਰਫੀਲਡ ਦੇ ਉੱਪਰ ਦੀ ਇੱਕ ਗੇੜਾ ਲਾਉਂਦੇ ਆ, ਤੇ ਜਿਹੜਾ ATC ਸਟਾਫ ਹੁੰਦਾ ਉਹ ਧਰਤੀ ਦੇ ਉੱਪਰੋਂ ਦੇਖ ਕੇ ਦੱਸ ਦਿੰਦਾ ਕਿ ਜਹਾਜ਼ ਦਾ ਲੈਂਡਿੰਗ ਗੇਅਰ ਖੁੱਲਿਆ ਕਿ ਨਹੀਂ, ਯਾਨੀ ਕਿ ਜਿਹੜੇ ਉਹ ਟਾਇਰ ਆ ਉਹ ਬਾਹਰ ਆਏ ਆ ਕਿ ਨਹੀਂ। ਪਰ ਇਹ ਜਹਾਜ਼ ਦੇ ਕੋਲ ਇੰਨਾ ਸਮਾਂ ਨਹੀਂ ਸੀ ਕਿ ਇਹ ਇੱਕ ਟਰਨ ਲੈ ਕੇ ਵਾਪਸ ਤੋਂ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰੇ ਤੇ ATC ਵਾਲੇ ਇਹਨਾਂ ਨੂੰ ਦੱਸਣ ਕਿ ਇਹਨਾਂ ਦਾ ਲੈਂਡਿੰਗ ਗੇਅਰ ਖੁੱਲ ਗਿਆ ਕਿ ਨਹੀਂ। ਤਾਂ ਕਰਕੇ ਪਾਇਲਟ ਇਹ ਡਿਸਾਈਡ ਕਰਦਾ ਕਿ ਉਹ ਕ੍ਰੈਸ਼ ਲੈਂਡਿੰਗ ਕਰਾ ਦੇਗਾ, ਕਿਉਂਕਿ ਵੈਸੇ ਵੀ ਉਹਨਾਂ ਨੇ ਮਰਨਾ ਹੀ ਆ ਜਿਸ ਤਰੀਕੇ ਦਾ ਉਹਨਾਂ ਦੇ ਜਹਾਜ਼ ਦੇ ਵਿੱਚ ਡੈਮੇਜ ਹੋਇਆ। ਜੇਕਰ ਨਾ ਵੀ ਇਹ ਲੈਂਡਿੰਗ ਗੇਅਰ ਖੁੱਲਿਆ ਤਾਂ ਉਹ ਕ੍ਰੈਸ਼ ਲੈਂਡਿੰਗ ਕਰਾਉਣ ਦੇ ਲਈ ਪਾਇਲਟ ਤਿਆਰ ਸੀ। ਪਰ ਜਦੋਂ ਹੀ ਇਹ ਜਹਾਜ਼ ਲੈਂਡਿੰਗ ਕਰਨ ਦੇ ਲਈ ਨਜ਼ਦੀਕ ਆਉਂਦਾ ਉਸ 에ਅਰਪੋਰਟ ਦੇ, ਤਾਂ ਦੂਰਬੀਨ ਦੀ ਮਦਦ ਦੇ ਨਾਲ ATC ਆਫੀਸਰ ਦੇਖ ਕੇ ਉਹਨਾਂ ਨੂੰ ਦੱਸਦਾ ਕਿ ਜਿਹੜਾ ਉਹਨਾਂ ਦਾ ਲੈਂਡਿੰਗ ਗੇਅਰ ਆ ਉਹ ਖੁੱਲ ਗਿਆ, ਪਰ ਉਹਨਾਂ ਦੇ ਜਿਹੜਾ ਕਾਕਪਿਟ ਦੇ ਵਿੱਚ ਸਿਗਨਲ ਨਹੀਂ ਆਇਆ, ਉਹ ਮੇਬੀ ਕਿਸੇ ਟੈਕਨੀਕਲ ਵਜ੍ਹਾ ਦੇ ਕਰਕੇ ਉਹਨਾਂ ਦੇ ਕੋਲ ਸਿਗਨਲ ਨਹੀਂ ਆਉਂਦਾ। ਤੇ ਜਦੋਂ ਹੀ ਇਹ ਲੈਂਡਿੰਗ ਗੇਅਰ ਖੁੱਲਣ ਦੀ ਖਬਰ ਪਾਇਲਟਸ ਨੂੰ ਮਿਲਦੀ ਆ ਤਾਂ ਬੜੇ ਹੀ ਖੁਸ਼ ਹੁੰਦੇ ਆ ਤੇ ਨਾਲ ਦੀ ਨਾਲ ਉਹ ਲੈਂਡਿੰਗ ਕਰਾਉਣ ਦੀ ਤਿਆਰੀ ਕਰਦੇ ਆ। ਥੋੜੇ ਹੀ ਸਮੇਂ ਦੇ ਵਿੱਚ ਇਹ ਜਹਾਜ਼ ਨੂੰ ਲੈਂਡ ਕਰਾ ਦਿੱਤਾ ਜਾਂਦਾ। ਤਕਰੀਬਨ 13 ਮਿੰਟ ਤੱਕ ਇਹ ਜਹਾਜ਼ ਟੁੱਟੀ ਹੋਈ ਛੱਤ ਦੇ ਨਾਲ ਹਵਾ ਦੇ ਵਿੱਚ ਰਹਿੰਦਾ। 13 ਮਿੰਟਾਂ ਬਾਅਦ ਜਦੋਂ ਹੀ ਇਹ ਜਹਾਜ਼ ਨੂੰ ਲੈਂਡ ਕਰਾਇਆ ਜਾਂਦਾ ਤਾਂ ਤਕਰੀਬਨ 95 ਦੇ ਵਿੱਚੋਂ 65 ਲੋਕਾਂ ਦੇ ਸੱਟਾਂ ਲੱਗ ਗਈਆਂ ਸੀ, ਤੇ ਸਾਰੇ ਦੇ ਸਾਰੇ ਯਾਤਰੀਆਂ ਨੂੰ ਐਂਬੂਲੈਂਸ ਦੇ ਵਿੱਚ ਭਾ ਕੇ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ। ਤੇ ਜਿਹੜੀ ਕਲੈਰਾਬੈਲਾ ਨਾਂ ਦੀ ਫਲਾਈਟ ਅਟੈਂਡੈਂਟ ਸੀ ਉਹਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਕਰੀਬਨ 3 ਦਿਨ ਤੱਕ ਸਰਚ ਆਪਰੇਸ਼ਨ ਚੱਲਦਾ। ਜਿੱਥੇ ਜਹਾਜ਼ ਦੀ ਛੱਤ ਉੱਡੀ ਸੀ ਉਹਦੇ ਆਸ-ਪਾਸ ਸਮੁੰਦਰ ਦੇ ਵਿੱਚ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਉਹਦੀ ਡੈੱਡ ਬੋਡੀ ਨਹੀਂ ਮਿਲਦੀ। ਤੇ ਜਦੋਂ ਹੀ ਇਸ ਘਟਨਾ ਤੋਂ ਬਾਅਦ ਇਸ ਘਟਨਾ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਤਰੀਕੇ ਦੇ ਨਾਲ ਇੱਕ ਬੋਇੰਗ 737 ਦੀ ਛਾਤੀ ਉੱਡ ਗਈ। ਤਾਂ US ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ, ਜਿਹਨੂੰ ਕਿ ਆਪਾਂ NTSB ਵੀ ਕਹਿੰਦੇ ਆ, ਉਹ ਇਨਵੈਸਟੀਗੇਸ਼ਨ ਕਰਦੇ ਆ, ਜਿਹਦੇ ਵਿੱਚ ਉਹ ਇਹ ਪਤਾ ਲਾਉਂਦੇ ਆ ਕਿ ਇਹ ਜਿਹੜੀ ਪਲੇਨ ਦੀ ਸਰਵਿਸ ਹਿਸਟਰੀ ਆ ਉਹ ਬਿਲਕੁਲ ਵੀ ਸਹੀ ਨਹੀਂ ਗਈ। ਨਾਰਮਲੀ ਜਿਹੜੇ ਪਲੇਨ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾਂਦਾ ਕਿ ਉਹ 20 ਸਾਲਾਂ ਤੱਕ ਤਕਰੀਬਨ 75,000 ਫਲਾਈਟਾਂ ਦੇ ਲਈ ਉਡਾਨ ਭਰ ਸਕਦੇ ਆ, ਪਰ ਕਿਉਂਕਿ ਇਹ ਜਹਾਜ਼ ਛੋਟੀਆਂ ਉਡਾਨਾਂ ਭਰਦਾ ਸੀ ਤੇ 75,000 ਵਾਲਾ ਜਿਹੜਾ ਅੰਕੜਾ ਸੀ ਇਹ ਜਹਾਜ਼ ਕਦੋਂ ਦਾ ਪਾਰ ਕਰ ਚੁੱਕਾ ਸੀ, ਕਿਉਂਕਿ ਜਿਹੜਾ ਇਹ 75,000 ਫਲਾਈਟਾਂ ਦਾ ਅੰਕੜਾ ਇਹ ਹਰ ਇੱਕ ਜਹਾਜ਼ ਦੇ ਲਈ ਬਣਾਇਆ ਗਿਆ। ਜਦੋਂ ਵੀ ਕੋਈ ਵੀ ਜਹਾਜ਼ ਹਵਾ ਦੇ ਵਿੱਚ ਉਡਾਨ ਭਰਦਾ, ਜਦੋਂ ਤਾਂ ਉਹ ਗਰਾਊਂਡ ਦੇ ਉੱਪਰ ਹੁੰਦਾ ਉਦੋਂ ਤਾਂ ਮੰਨ ਲਓ ਕਿ ਉਹ 30 ਡਿਗਰੀ ਦੇ ਟੈਂਪਰੇਚਰ ਦੇ ਉੱਪਰ ਆ, ਪਰ ਸਡਨਲੀ ਉਹਨੂੰ 20 ਮਿੰਟਾਂ ਦੇ ਵਿੱਚ ਉਹ -50 ਡਿਗਰੀ ਦੇ ਉੱਪਰ ਚਲਾ ਜਾਂਦਾ। ਤੇ ਜਦੋਂ ਹੀ ਉਹ ਨੀਚੇ ਲੈਂਡ ਕਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਤੋਂ ਉਹ 30 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਆਉਂਦਾ। ਯਾਨੀ ਕਿ ਇੱਕ ਜਹਾਜ਼ ਆਪਦੀ ਇੱਕ ਫਲਾਈਟ ਦੇ ਦੌਰਾਨ ਤਕਰੀਬਨ 80 ਡਿਗਰੀ ਦਾ ਟੈਂਪਰੇਚਰ ਡਿਫਰੈਂਸ ਫੀਲ ਕਰਦਾ, ਜਿਹਦੇ ਨਾਲ ਕੀ ਹੁੰਦਾ ਕਿ ਜਿਹੜੀ ਪਲੇਨ ਦੀ ਸਟਰਕਚਰ ਆ ਉਹ ਲਗਾਤਾਰ ਕਮਜ਼ੋਰ ਹੋਣ ਲੱਗ ਜਾਂਦੀ ਆ। ਤੇ ਲੈਂਡਿੰਗ ਕਰਨ ਦੇ ਵੇਲੇ ਤੇ ਟੇਕ ਆਫ ਕਰਨ ਦੇ ਵੇਲੇ ਜਿਹੜਾ 에ਅਰ ਪ੍ਰੈਸ਼ਰ ਲੱਗਦਾ ਉਹਦੇ ਨਾਲ ਵੀ ਪਲੇਨ ਦੀ ਜਿਹੜੀ ਸਟਰਕਚਰ ਆ ਉਹ ਕਮਜ਼ੋਰ ਹੋਣ ਲੱਗ ਜਾਂਦੀ ਆ। ਇਸੇ ਗੱਲ ਦੇ ਕਰਕੇ ਕਿਸੇ ਵੀ ਜਹਾਜ਼ ਨੂੰ 20 ਸਾਲ ਤੇ 75,000 ਉਡਾਨਾਂ ਤੋਂ ਬਾਅਦ ਨਹੀਂ ਉੱਡਣ ਦਿੱਤਾ ਜਾਂਦਾ, ਪਰ ਇਹ ਜਹਾਜ਼ ਲਗਾਤਾਰ 75,000 ਫਲਾਈਟਾਂ ਦਾ ਅੰਕੜਾ ਪੂਰਾ ਕਰਨ ਤੋਂ ਬਾਅਦ ਵੀ ਉਡਾਨ ਭਰਦਾ ਸੀ। ਤੇ ਇਹਦੇ ਤੋਂ ਇਲਾਵਾ ਜਦੋਂ ਉਹ ਇਨਵੈਸਟੀਗੇਸ਼ਨ ਟੀਮ ਚੈੱਕ ਕਰਦੀ ਆ ਕਿ ਕਿਸੇ ਵੀ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਨੀ ਜ਼ਰੂਰੀ ਹੁੰਦੀ ਆ ਕਿ ਕਿਸੇ ਵੀ ਤਰੀਕੇ ਦਾ ਕੋਈ ਡੈਮੇਜ ਤਾਂ ਨਹੀਂ ਜਾਂ ਕੋਈ ਟੈਕਨੀਕਲ ਫਾਲਟ ਤਾਂ ਨਹੀਂ ਇਸ ਜਹਾਜ਼ ਦੇ ਵਿੱਚ।
ਪਰ ਲਗਾਤਾਰ ਅਲੋਹਾ 에ਅਰਲਾਈਨ ਵਾਲੇ ਜਲਦੀ ਤੋਂ ਜਲਦੀ ਉਡਾਨਾਂ ਭਰਨ ਦੇ ਲਈ ਇਸ ਜਹਾਜ਼ ਦੀ ਲਗਾਤਾਰ ਇੰਸਪੈਕਸ਼ਨ ਸਕਿਪ ਕਰਦੇ ਆ, ਵਿਜ਼ੂਅਲ ਇੰਸਪੈਕਸ਼ਨ ਵੀ ਸਕਿਪ ਕਰਦੇ ਆ, ਜਿਹਦੇ ਕਰਕੇ ਉਹਨਾਂ ਨੂੰ ਉਹ 4 ਇੰਚ ਦਾ ਛੋਟਾ ਜਿਹਾ ਕ੍ਰੈਕ ਨਹੀਂ ਦਿਖਾਈ ਦਿੰਦਾ ਜਿਹੜਾ ਕਿ ਗੇਲ ਯਾਮਾਮੋਟੋ ਨਾਂ ਦੇ ਉਹ ਯਾਤਰੀ ਨੂੰ ਦਿਖਾਈ ਦਿੱਤਾ ਸੀ। ਇਸੇ ਹੀ ਗੱਲ ਦੇ ਕਰਕੇ ਉਸ ਕ੍ਰੈਕ ਦੇ ਕਾਰਨ ਜਦੋਂ ਇਹ ਜਹਾਜ਼ 24,000 ਫੁੱਟ ਦੇ ਉਚਾਈ ਤੇ ਗਿਆ ਤਾਂ ਉਹ ਛੋਟਾ ਜਿਹਾ ਕ੍ਰੈਕ ਜਦੋਂ ਉਹ ਹਵਾ ਦੇ ਦਬਾਅ ਦੇ ਵਿੱਚ ਹੁੰਦਾ ਤਾਂ ਉਹ ਛੋਟੇ ਜਿਹੇ ਕ੍ਰੈਕ ਦੇ ਨਾਲ ਤਕਰੀਬਨ 35 ਫੁੱਟ ਦਾ ਪਾੜ ਪੈ ਜਾਂਦਾ ਇਸ ਜਹਾਜ਼ ਦੇ ਵਿੱਚ, ਜਿਹਦੇ ਕਰਕੇ ਇਸ ਜਹਾਜ਼ ਦੇ ਨਾਲ ਏਡੀ ਵੱਡੀ ਘਟਨਾ ਹੋ ਜਾਂਦੀ ਆ। ਤੇ ਇਹ ਦਾ ਘਟਨਾ ਸੀ ਅਲੋਹਾ 에ਅਰਲਾਈਨ 243 ਦੀ। ਤੇ ਆਹ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ ਇੱਕ ਛੋਟੀ ਜਿਹੀ ਸਵਿਚ ਦੇ ਕਾਰਨ ਇੱਕ ਜਹਾਜ਼ ਦੇ ਵਿੱਚ ਬੈਠੇ 121 ਲੋਕਾਂ ਦੀ ਮੌਤ ਹੋ ਜਾਂਦੀ ਆ। ਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।